ਜਾ ਰਿਹਾ 7th poem The Road Not Taken। ਉਹ ਸੜਕ ਜਿਹੜੀ ਨਹੀਂ ਲਈ ਗਈ, ਉਹ ਸੜਕ ਜਿਸ ਤੇ ਤੁਰਿਆ ਨਹੀਂ ਗਿਆ, ਜਿਹੜੀ ਅਖਤਿਆਰ ਨਹੀਂ ਕੀਤੀ ਗਈ, ਜਿਹਨੂੰ ਚੁਣਿਆ ਨਹੀਂ ਗਿਆ। Written by ਰੋਬਰਟ ਫਰੋਸਟ। ਇਹ ਰੋਬਰਟ ਫਰੋਸਟ ਪੋਇਟ ਦੁਆਰਾ ਲਿਖੀ ਹੋਈ ਹੈ। ਰੋਬਰਟ ਲੀ ਫਰੋਸਟ, ਜਿਸ ਦਾ ਕਿ ਜਨਮ 1874 ਵਿੱਚ ਹੋਇਆ ਤੇ ਜਿਸ ਦਾ ਦੇਹਾਂਤ 1963 ਈਸਵੀ ਚ ਹੋਇਆ, ਇਹ ਅਮਰੀਕਾ ਦੇ ਨਾਮਵਰ ਕਵੀਆਂ ਦੇ ਵਿੱਚੋਂ ਇੱਕ ਸੀ। ਜਦੋਂ ਵੀ ਇਸ ਦੀਆਂ ਕਵਿਤਾਵਾਂ ਦੀ ਗੱਲ ਹੁੰਦੀ ਹੈ, ਜ਼ਿਕਰ ਹੁੰਦਾ, ਤੇ ਦੋ ਜੋ ਇਸ ਦੀਆਂ ਸਭ ਤੋਂ ਜ਼ਿਆਦਾ ਫੇਮਸ ਹੋਈਆਂ ਕਵਿਤਾਵਾਂ ਉਹ ਸਨ The Road Not Taken ਤੇ ਦੂਸਰੀ ਸੀ Stopping by Woods on a Snowy Evening। ਤਾਂ ਥੋੜੀ ਜਿਹੀ ਪੋਇਮ ਬਾਰੇ ਇੰਟਰੋਡਕਸ਼ਨ ਲਈਏ। ਰੋਬਰਟ ਫਰੋਸਟ was born in San Francisco, California, USA on March 26, 1874। ਰੋਬਰਟ ਫਰੋਸਟ 26 ਮਾਰਚ 1874 ਨੂੰ USA ਦੇ ਕੈਲੀਫੋਰਨੀਆ ਵਿੱਚ ਸੈਨ ਫਰਾਂਸਿਸਕੋ ਵਿੱਚ ਜਨਮਿਆ। He lost his father quite early in life। ਉਸਨੇ ਆਪਣੇ ਜੀਵਨ ਵਿੱਚ ਜਲਦੀ ਹੀ ਆਪਣੇ ਪਿਤਾ ਨੂੰ ਗਵਾ ਲਿਆ, ਭਾਵ ਉਸਦੇ ਪਿਤਾ ਜੀ ਦੀ ਜਲਦੀ ਹੀ ਮੌਤ ਹੋ ਗਈ। And had to live in an alien environment in New Hampshire। ਅਤੇ ਉਸ ਨੂੰ ਨਿਊ ਹੈਂਪਸ਼ਾਇਰ ਦੇ ਇੱਕ ਏਲੀਅਨ এনवायरमेंट ਵਿੱਚ ਰਹਿਣਾ ਪਿਆ, ਭਾਵ ਇਹੋ ਜਿਹਾ ਮਾਹੌਲ ਜਿੱਥੇ ਉਸਦੀ ਕੋਈ ਜਾਣ ਪਛਾਣ ਵਾਲਾ ਨਹੀਂ ਸੀ, ਜਿੱਥੇ ਉਹ ਇੱਕ ਅਣਪਛਾਤੇ ਤੇ ਅਣਚਾਹੇ ਵਿਅਕਤੀ ਵਾਂਗ ਰਿਹਾ। In 1912 ਦੇ ਵਿੱਚ he and his family moved to England। ਉਹ ਅਤੇ ਉਸਦਾ ਪਰਿਵਾਰ ਇੰਗਲੈਂਡ ਵੱਲ ਚਲਾ ਗਿਆ, where he published his first book of words। ਜਿੱਥੇ ਕਿ ਉਸ ਨੇ ਆਪਣੀ ਕਾਵ ਸਤਰਾਂ ਦੀ ਪਹਿਲੀ ਬੁੱਕ ਪਬਲਿਸ਼ ਕੀਤੀ, ਪ੍ਰਕਾਸ਼ਿਤ ਕੀਤੀ, A Boy's Will, ਜਿਸ ਦਾ ਨਾਮ ਸੀ A Boy's Will। The collection was well received and was soon followed by another collection of poems। ਤੇ ਕਵਿਤਾਵਾਂ ਦਾ ਇਹ ਸੰਗ੍ਰਹਿ ਪਬਲਿਕ ਦੇ ਦੁਆਰਾ ਬਹੁਤ ਅੱਛੀ ਤਰ੍ਹਾਂ ਵੈਲਕਮ ਕੀਤਾ ਗਿਆ, ਭਾਵ ਬਹੁਤ ਸਾਰਾ ਪਿਆਰ ਪਬਲਿਕ ਵੱਲੋਂ ਉਸ ਦੀਆਂ ਕਵਿਤਾਵਾਂ ਨੂੰ ਮਿਲਿਆ। ਤੇ ਇਸੇ ਪਿਆਰ ਕਰਕੇ ਹੀ ਉਸ ਨੇ ਇੱਕ ਹੋਰ ਕਵਿਤਾਵਾਂ ਦੀ ਕਲੈਕਸ਼ਨ ਦੀ ਬੁੱਕ ਛਾਪੀ। ਉਹਦਾ ਨਾਮ ਸੀ North of Boston। In 1915 he returned to the USA। 1915 ਵਿੱਚ ਉਹ USA ਵਾਪਸ ਪਰਤਿਆ and settled on a farm in New Hampshire। ਅਤੇ ਨਿਊ ਹੈਂਪਸ਼ਾਇਰ ਦੇ ਇੱਕ ਫਾਰਮ ਦੇ ਵਿੱਚ ਉਸਨੇ ਆਪਣੇ ਆਪ ਨੂੰ ਸੈਟਲ ਕੀਤਾ। In 1961 ਵਿੱਚ he was specially invited to recite his patriotic poem The Gift Outright। 1961 ਵਿੱਚ ਉਸਨੂੰ ਖਾਸ ਤੌਰ ਤੇ ਆਪਣੀ ਦੇਸ਼ ਭਗਤੀ ਦੀ ਕਵਿਤਾ The Gift Outright ਨੂੰ ਉਚਾਰਨ ਕਰਨ ਲਈ, ਗਾਣ ਲਈ ਖਾਸ ਤੌਰ ਤੇ ਬੁਲਾਇਆ ਗਿਆ। When President Kennedy took office। ਜਦੋਂ ਪ੍ਰੈਜ਼ੀਡੈਂਟ ਕੈਨੇਡੀ ਨੇ ਆਪਣੇ ਆਫਿਸ ਦਾ ਕਾਰਜਭਾਰ ਸੰਭਾਲਿਆ। He died in 1963। ਉਸਦਾ 1963 ਦੇ ਵਿੱਚ ਦੇਹਾਂਤ ਹੋ ਗਿਆ। ਫਰੋਸਟ is regarded as a great nature poet। ਫਰੋਸਟ ਨੂੰ ਇੱਕ ਮਹਾਨ ਕੁਦਰਤ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। And like Wordsworth ਅਤੇ ਵਿਲੀਅਮ ਵਰਡਸਵਰਥ ਦੀ ਤਰ੍ਹਾਂ wrote about nature। ਉਹ ਵੀ ਕੁਦਰਤ ਬਾਰੇ ਲਿਖਦਾ ਹੈ as he saw it, ਜਿੱਦਾਂ ਕਿ ਉਸਨੇ ਕੁਦਰਤ ਨੂੰ ਦੇਖਿਆ in a particular district, ਇੱਕ ਖਾਸ ਜ਼ਿਲ੍ਹੇ ਵਿੱਚ। But compared to Wordsworth, ਪਰ ਜੇ Wordsworth ਨਾਲ ਤੁਲਨਾ ਕਰੀਏ, Frost's treatment of nature is more realistic। ਤਾਂ ਫਰੋਸਟ ਦਾ ਕੁਦਰਤ ਦੇ ਪ੍ਰਤੀ ਵਿਵਹਾਰ ਜ਼ਿਆਦਾ ਰੀਅਲ ਅਤੇ ਜ਼ਿਆਦਾ ਅਸਲ ਤਲ ਤੇ ਮੌਜੂਦ ਹੈ। He often employs, ਉਹ ਅਕਸਰ ਵਰਤਦਾ ਹੈ the simple colloquial language of the country folk। ਕਿ ਉਹ ਪਿੰਡਾਂ ਦੇ ਲੋਕਾਂ ਦੀ ਜੋ ਦੇਸੀ ਭਾਸ਼ਾ ਹੁੰਦੀ, ਆਮ ਬੋਲਚਾਲ ਵਾਲੀ ਭਾਸ਼ਾ, ਉਹੀ ਅਕਸਰ ਆਪਣੀਆਂ ਪੋਇਮਸ ਦੇ ਵਿੱਚ, ਆਪਣੀ ਲਿਖਤ ਵਿੱਚ ਉਹ ਵਰਤਦਾ ਹੈ। which appeals to the ordinary readers, ਜਿਹੜੀ ਕਿ ਆਮ ਸਧਾਰਨ ਪਾਠਕਾਂ ਨੂੰ ਅਪੀਲ ਕਰਦੀ ਹੈ, ਉਹਨਾਂ ਦੇ ਦਿਲਾਂ ਤੱਕ ਪਹੁੰਚਦੀ ਹੈ। but the apparent simplicity of his verse is deceptive। ਪਰ ਸਪਸ਼ਟ ਪ੍ਰਤੀਤ ਹੁੰਦੀ ਹੋਈ ਉਸ ਦੀਆਂ ਕਾਵ ਸਤਰਾਂ ਦੀ ਸਾਦਗੀ ਬੜੀ ਡਿਸੈਪਟਿਵ ਹੁੰਦੀ ਹੈ, ਭਾਵ ਧੋਖੇ ਵਾਲੀ ਹੁੰਦੀ ਹੈ। ਉਹਨਾਂ ਦਾ ਭਾਵ ਇੰਨਾ ਸਿੰਪਲ, ਇੰਨਾ ਸਿੱਧਾ ਨਹੀਂ ਹੁੰਦਾ ਜਿੰਨਾ ਕਿ ਉਹ ਪ੍ਰਤੀਤ ਹੁੰਦਾ ਹੈ। His poems are subtle। ਉਸ ਦੀਆਂ ਕਵਿਤਾਵਾਂ ਬੜੀਆਂ ਜਟਿਲ ਹੁੰਦੀਆਂ ਹਨ, complex, ਭਾਵ ਕਈ ਉਸ ਵਿੱਚ ਭੇਦ ਛੁਪੇ ਹੁੰਦੇ ਹਨ। and have a rich texture, ਅਤੇ ਉਸ ਦੀ ਬਣਾਵਟ ਬਹੁਤ ਅੱਛੀ ਹੁੰਦੀ ਹੈ। He developed the fine art of stating serious philosophical issues in the simplest possible language। ਉਸਨੇ ਬਹੁਤ ਹੀ ਗੰਭੀਰ ਦਾਰਸ਼ਨਿਕ ਮਸਲਿਆਂ ਨੂੰ ਬਹੁਤ ਹੀ ਸੰਭਾਵਿਤ ਸੌਖੀ ਲੈਂਗੁਏਜ ਵਿੱਚ ਬਿਆਨ ਕਰਨ ਦੀ ਇੱਕ ਬਹੁਤ ਹੀ ਵਧੀਆ ਆਰਟ ਸਿੱਖੀ ਹੈ।
डेवलप की है। His literary merits have earned him a place of distinction as a major American poet of the 20th century। ਉਸ ਦੀਆਂ ਇਹ ਸਾਹਿਤਕ ਕੁਸ਼ਲਤਾਵਾਂ ਨੇ ਹੀ ਉਸ ਲਈ 20ਵੀਂ ਸਦੀ ਦੇ ਇੱਕ ਮੋਹਰੀ ਅਮਰੀਕਨ ਪੋਇਟ ਵਜੋਂ ਮਾਣ ਭਰੀ ਜਗ੍ਹਾ ਕਮਾਈ ਹੈ। Now introduction to the poem। ਆਓ ਹੁਣ ਕੁਝ ਪੋਇਮ ਬਾਰੇ ਗੱਲ ਕਰੀਏ। The road not taken। ਉਹ ਸੜਕ ਜਿਸ ਉੱਤੇ ਤੁਰਿਆ ਨਹੀਂ ਗਿਆ, ਉਹ ਸੜਕ ਜਿਸ ਨੂੰ ਚੁਣਿਆ ਨਹੀਂ ਗਿਆ ਆਪਣਾ ਸਫ਼ਰ ਤੈਅ ਕਰਨ ਲਈ is one of the finest and most popular lyrics of Robert Frost। ਇਹ ਰੋਬਰਟ ਫਰੋਸਟ ਦੁਆਰਾ ਲਿਖੀਆਂ ਹੋਈਆਂ ਬਹੁਤ ਸਾਰੀਆਂ ਸਭ ਤੋਂ ਵੱਧ ਹਰਮਨ ਪਿਆਰੀਆਂ ਕਵਿਤਾਵਾਂ ਵਿੱਚੋਂ ਇੱਕ ਹੈ। It was collected by Frost in the volume of verses entitled Mountain Interval in 1916। ਇਹ ਰੋਬਰਟ ਫਰੋਸਟ ਦੁਆਰਾ ਇਕੱਤਰਿਤ ਕੀਤੀਆਂ ਗਈਆਂ ਇੱਕ ਕਵਿਤਾਵਾਂ ਦੇ ਵੋਲੀਅਮ ਵਿੱਚ ਜਿਸ ਦਾ ਨਾਮ ਸੀ ਮਾਊਂਟੇਨ ਇੰਟਰਵਲ, ਜੋ ਕਿ 1916 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ। It was first published in the August 1915 issue of the Atlantic Monthly। ਇਹ ਕਵਿਤਾ ਪਹਿਲੀ ਵਾਰ ਅਗਸਤ 1915 ਵਿੱਚ ਐਟਲਾਂਟਿਕ ਮੰਥਲੀ ਮੈਗਜ਼ੀਨ ਦੇ ਜਾਰੀ ਹੋਣ ਤੇ ਪਬਲਿਸ਼ ਕੀਤੀ ਗਈ। Here the poet tells us that ਇੱਥੇ ਪੋਇਟ ਦੱਸਦਾ ਹੈ ਕਿ once while traveling alone ਕਿ ਇੱਕ ਵਾਰੀ ਜਦੋਂ ਉਹ ਇਕੱਲਿਆਂ ਸਫ਼ਰ ਕਰ ਰਿਹਾ ਸੀ he reached a point ਉਹ ਇੱਕ ਅਜਿਹੇ ਪੁਆਇੰਟ ਤੇ ਪਹੁੰਚਿਆ where the road diverged into two different directions ਜਿੱਥੇ ਉਸ ਦੀ ਸੜਕ ਦੋ ਅਲੱਗ-ਅਲੱਗ ਦਿਸ਼ਾਵਾਂ ਵੱਲ ਦੋਫਾੜ ਹੋ ਗਈ, ਭਾਵ ਵੰਡੀ ਗਈ। He was in a quandary as he was not able to decide which road to take। ਉਹ ਬੜੀ ਵਿਆਕੁਲਤਾ ਵਿੱਚ ਆ ਗਿਆ ਸੀ ਕਿ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਸੀ ਕਿ ਕਿਹੜੀ ਰੋਡ ਉਸਨੂੰ ਹੁਣ ਲੈਣੀ ਚਾਹੀਦੀ ਹੈ, ਕਿਸ ਉੱਤੇ ਉਸਨੂੰ ਆਪਣਾ ਸਫ਼ਰ ਜਾਰੀ ਰੱਖਣਾ ਚਾਹੀਦਾ ਹੈ। Ultimately ਅੰਤ ਵਿੱਚ he decided to move ahead on the road which was less traveled। ਉਸਨੇ ਫੈਸਲਾ ਕੀਤਾ ਕਿ ਉਹ ਉਸ ਰੋਡ ਤੇ ਜਾਏਗਾ ਜਿਹੜੀ ਕਿ ਘੱਟ ਟਰੈਵਲਡ ਕੀਤੀ ਗਈ ਹੈ, ਭਾਵ ਜਿਸ ਉੱਤੇ ਲੋਕੀ ਘੱਟ ਤੁਰੇ ਹਨ। And this choice made all the difference। ਅਤੇ ਇਸੇ ਚੋਣ ਨੇ ਸਾਰਾ ਡਿਫਰੈਂਸ ਕ੍ਰੀਏਟ ਕਰਤਾ, ਸਾਰੀ ਉਸਦੀ ਲਾਈਫ ਨੂੰ ਬਦਲ ਕੇ ਰੱਖ ਦਿੱਤਾ। ਸੋ ਜਿੱਦਾਂ ਸੁਰਜੀਤ ਪਾਤਰ ਜੀ ਵੀ ਲਿਖਦੇ ਹਨ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਜੁਗਾਂ ਤੱਕ ਕਾਫਲੇ ਆਂਦੇ, ਇਸੇ ਸੱਚ ਦੇ ਗਵਾਹ ਬਣਦੇ। ਹੁਣ ਆਪਾਂ ਰੋਬਰਟ ਫਰੋਸਟ ਦੀ ਪੋਇਮ ਦ ਰੋਡ ਨੋਟ ਟੇਕਨ ਪੜ੍ਹਨੀ ਸ਼ੁਰੂ ਕਰੀਏ। Two roads diverged in a yellow wood ਕਿ ਦੋ ਸੜਕਾਂ ਡਾਇਵਰਜ ਹੋ ਰਹੀਆਂ ਸੀ, ਭਾਵ ਸਪਲਿਟ ਹੋ ਰਹੀਆਂ ਸੀ, ਵੰਡੀਆਂ ਗਈਆਂ ਸਨ। ਇੱਕ ਸਿੱਧੀ ਰੋਡ ਜਦੋਂ ਅੱਗੇ ਜਾ ਕੇ ਦੋ ਰੋਡਸ ਵਿੱਚ ਵੰਡੀ ਜਾਵੇ ਉਸਨੂੰ ਕਹਿੰਦੇ ਡਾਇਵਰਜਡ ਹੋਣਾ। ਇਨ ਅ ਯੈਲੋ ਵੁੱਡ ਇੱਕ ਪੀਲੇ ਰੰਗ ਦੇ ਜੰਗਲ ਦੇ ਵਿੱਚ, ਭਾਵ ਆਸੇ ਪਾਸੇ ਕਾਫੀ ਪਿਲੱਤਣ ਸੀ, ਜਰਦ ਸੀ, ਉਸਨੂੰ ਕਿਹਾ ਜਾਂਦਾ ਹੈ ਯੈਲੋ ਵੁੱਡ। ਉਸ ਪਿਲੱਤਣ ਨਾਲ ਭਰੇ ਹੋਏ ਜੰਗਲ ਦੇ ਵਿੱਚ ਮੈਂ ਦੇਖਿਆ ਕਿ ਇੱਕ ਜਗ੍ਹਾ ਤੇ ਆ ਕੇ ਦੋ ਰੋਡਸ, ਦੋ ਸੜਕਾਂ ਨਿਕਲ ਰਹੀਆਂ ਸਨ। ਐਂਡ ਸੌਰੀ ਆਈ ਕੁਡ ਨਾਟ ਟਰੈਵਲ ਬੋਥ ਤੇ ਮੈਨੂੰ ਖੇਦ ਹੈ ਕਿ ਮੈਂ ਦੋਨੋਂ ਰਸਤਿਆਂ ਤੇ ਟਰੈਵਲ ਨਹੀਂ ਕਰ ਸਕਦਾ ਸੀ, ਇਸ ਦਾ ਮੈਨੂੰ ਅਫਸੋਸ ਸੀ। ਐਂਡ ਬੀ ਵਨ ਟਰੈਵਲਰ ਤੇ ਕਿਉਂਕਿ ਮੈਂ ਇਕੱਲਾ ਯਾਤਰੀ ਸੀ ਤੇ ਇਕੱਲੇ ਯਾਤਰੀ ਹੋਣ ਕਾਰਨ ਲੌਂਗ ਆਈ ਸਟੂਡ ਤੇ ਮੈਂ ਕਾਫੀ ਦੇਰ ਤੱਕ ਉਹਨਾਂ ਦੋ ਸੜਕਾਂ ਦੇ ਸਾਹਮਣੇ ਖੜਿਆ ਰਿਹਾ। ਐਂਡ ਲੁਕਡ ਡਾਊਨ ਵਨ ਐਜ਼ ਫਾਰ ਐਜ਼ ਆਈ ਕੁਡ ਤੇ ਇੱਕ ਰਸਤੇ ਨੂੰ ਮੈਂ ਦੇਖਿਆ ਦੂਰ ਤੱਕ, ਜਿੰਨੀ ਕੁ ਨਿਗਾਹ ਮੇਰੀ ਜਾ ਸਕਦੀ ਸੀ ਮੈਂ ਉੱਥੇ ਤੱਕ ਉਸਦੀ ਛਾਣਬੀਣ ਕੀਤੀ। ਟੂ ਵੇਅਰ ਇਟ ਬੈਂਟ ਇਨ ਦ ਅੰਡਰਗ੍ਰੋਥ ਤੇ ਮੈਂ ਉੱਥੇ ਤੱਕ ਦੇਖਿਆ ਜਿੱਥੇ ਇਹ ਰਸਤਾ ਮੁੜ ਜਾਂਦਾ ਸੀ, ਕਿੱਥੇ ਝਾੜੀਆਂ ਦੇ ਵਿੱਚ, ਘਣੇ ਦੇ ਵਿੱਚ, ਜੰਗਲ ਦੇ ਵਿੱਚ। ਸੋ ਮੈਂ ਉੱਥੇ ਤੱਕ ਇਸ ਨੂੰ ਵਾਚਿਆ। ਦੈਨ ਟੁਕ ਦ ਅਦਰ ਫਿਰ ਮੈਂ ਦੂਸਰੇ ਰਸਤੇ ਵੱਲ ਦੇਖਿਆ ਐਜ਼ ਜਸਟ ਐਜ਼ ਫੇਅਰ ਜੋ ਕਿ ਓਨਾ ਹੀ ਵਧੀਆ ਲੱਗ ਰਿਹਾ ਸੀ ਤੇ ਓਨਾ ਹੀ ਨਿਆਂਪੂਰਨ ਲੱਗ ਰਿਹਾ ਸੀ ਜਿੰਨਾ ਕਿ ਪਹਿਲਾ ਰਸਤਾ ਲੱਗ ਰਿਹਾ ਸੀ, ਭਾਵ ਦੋਨੋਂ ਰਸਤੇ ਮੈਨੂੰ ਇਕੁਅਲ ਲੱਗ ਰਹੇ ਸੀ ਤੇ ਇੱਕੋ ਤਰ੍ਹਾਂ ਨਾਲ ਮੈਨੂੰ ਆਪਣੇ ਵੱਲ ਖਿੱਚ ਰਹੇ ਸਨ। ਐਂਡ ਹੈਵਿੰਗ ਪਰਹੈਪਸ ਅ ਬੈਟਰ ਕਲੇਮ ਤੇ ਸ਼ਾਇਦ ਮੈਨੂੰ ਏਦਾਂ ਵੀ ਲੱਗ ਰਿਹਾ ਸੀ ਕਿ ਜਿਹੜਾ ਮੈਂ ਦੂਸਰਾ ਰਸਤਾ ਹੁਣ ਦੇਖ ਰਿਹਾ ਉਹ ਮੈਨੂੰ ਬੈਟਰ ਕਲੇਮ ਕਰ ਰਿਹਾ, ਭਾਵ ਉਹ ਜ਼ਿਆਦਾ ਖਿੱਚ ਰਿਹਾ ਹੈ ਕਿ ਮੈਨੂੰ ਇਸ ਰਸਤੇ ਤੇ ਤੁਰਨਾ ਚਾਹੀਦਾ ਹੈ। ਬਿਕੋਜ਼ ਇਟ ਵਾਜ਼ ਗ੍ਰਾਸੀ ਐਂਡ ਵਾਂਟਡ ਵੀਅਰ ਕਿਉਂਕਿ ਉਹ ਬੜਾ ਗ੍ਰਾਸੀ ਸੀ, ਉਹ ਤੇ ਘਾਹ ਬਹੁਤ ਜ਼ਿਆਦਾ ਸੀ ਤੇ ਉਹ ਰਸਤਾ ਜਿਵੇਂ ਚਾਹੁੰਦਾ ਸੀ ਕਿ ਕੋਈ ਵੀਅਰ ਕਰੇ। ਵੀਅਰ ਦਾ ਮਤਲਬ ਕਿ ਉਸਦੇ ਘਾਹ ਨੂੰ ਕੋਈ ਲਤਾੜੇ, ਉਸਦੇ ਘਾਹ ਦੇ ਉੱਤੇ ਕੋਈ ਚੱਲੇ। ਸੋ ਉਹ ਜ਼ਿਆਦਾ ਡਿਮਾਂਡਿੰਗ ਸੀ, ਉਹ ਜ਼ਿਆਦਾ ਕਲੇਮ ਕਰ ਰਿਹਾ ਸੀ ਕਿ ਮੇਰੇ ਵਾਲੇ ਰਸਤੇ ਤੇ ਚਲਿਆ ਜਾਏ। Though as for that the passing there had warned them really about the same ਭਾਵੇਂ ਦੋਨੋਂ ਰਸਤਿਆਂ ਤੇ ਚੱਲਣ ਵਾਲੇ ਯਾਤਰੀ, ਉੱਥੋਂ ਲੰਘਣ ਵਾਲੇ ਯਾਤਰੀ ਦੋਨੋਂ ਪਾਸੇ ਬਰਾਬਰ ਚੱਲੇ ਸਨ। ਇੱਕ ਰਾਸਤਾ ਜ਼ਿਆਦਾ ਵਧੀਆ ਦਿਸ ਰਿਹਾ ਸੀ ਤੇ ਇੱਕ ਰਾਸਤਾ ਜ਼ਿਆਦਾ ਅਟਰੈਕਟਿਵ ਨਹੀਂ ਦਿਖ ਰਿਹਾ ਸੀ।
and both that morning equally lay in leaves ਤੇ ਸਵੇਰ ਵੇਲੇ ਦੋਨੋਂ ਹੀ ਰੋਡਸ ਦੇ ਉੱਤੇ ਬਰਾਬਰ ਬਰਾਬਰ ਪੱਤੇ ਵਿਛੇ ਹੋਏ ਸਨ ਭਾਵ ਦੋਨੋਂ ਰੋਡਸ ਬਰਾਬਰ ਬਰਾਬਰ ਹੀ ਪੱਤਿਆਂ ਦੇ ਨਾਲ covered ਸਨ no step had trodden black ਤੇ ਉਹਨਾਂ ਪੱਤਿਆਂ ਨੂੰ ਦੇਖ ਕੇ ਏਦਾਂ ਵੀ ਲੱਗਦਾ ਸੀ ਕਿ ਕੋਈ ਵੀ ਸਟੈਪ ਉਹਨਾਂ ਦੇ ਉੱਤੇ ਨਹੀਂ ਪਿਆ ਕਿ ਕਿਸੇ ਕਦਮ ਨੇ ਉਹਨਾਂ ਨੂੰ ਲਤਾੜ ਕੇ ਕਾਲਾ ਕਰ ਦਿੱਤਾ ਹੋਵੇ ਬਲੈਕ ਕਰ ਦਿੱਤਾ ਹੋਵੇ ਓਹ I kept the first for another day ਤੇ ਉਹ ਕਹਿੰਦੇ ਨੇ ਕਿ ਮੈਂ ਆਪਣਾ ਪਹਿਲਾ ਰਸਤਾ ਕਿਸੇ ਹੋਰ ਦਿਨ ਲਈ ਰੱਖ ਲਿਆ ਕਿ ਮੈਂ ਇਸ ਉੱਤੇ ਕਿਸੇ ਹੋਰ ਦਿਨ ਚੱਲਾਂਗਾ ਅੱਜ ਮੈਂ ਦੂਸਰੇ ਰਸਤੇ ਤੇ ਚੱਲਦਾ ਹਾਂ yet knowing how way leads on to way ਤੇ ਇਹ ਵੀ ਜਾਣਦੇ ਹੋਏ ਕਿ ਕਿਸ ਤਰ੍ਹਾਂ ਇੱਕ ਰਾਸਤਾ ਅੱਗੋਂ ਹੋਰ ਕਈ ਅਲੱਗ-ਅਲੱਗ ਰਸਤਿਆਂ ਤੇ ਲੈ ਜਾਂਦਾ ਹੈ ਅਲੱਗ-ਅਲੱਗ ਹੋਰ ਰਸਤੇ ਉਹ ਚੋਂ ਨਿਕਲ ਕੇ ਪਤਾ ਨਹੀਂ ਇਹ ਰਸਤਾ ਕਿੱਥੇ ਲੈ ਜਾਏਗਾ ਇਹ ਸਾਰਾ ਕੁਝ ਮੈਨੂੰ ਪਤਾ ਸੀ ਇਸ ਖਤਰੇ ਨੂੰ ਜਾਣਦੇ ਹੋਏ ਵੀ I doubted if I should ever come back ਤੇ ਮੈਨੂੰ ਸ਼ੱਕ ਵੀ ਸੀ ਕਿ ਕੀ ਮੈਂ ਕਦੀ ਵਾਪਸ ਆਪਣੇ ਘਰ ਜਾ ਪਾਵਾਂਗਾ ਸੋ ਇੱਥੇ ਪੋਇਟ ਆਪਣੀ ਹੀ ਗੱਲਾਂ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਸਨੇ ਇਹ ਸੋਚ ਕੇ ਪਹਿਲਾ ਰਾਸਤਾ ਅਖਤਿਆਰ ਕਰਨ ਦਾ ਫੈਸਲਾ ਕੀਤਾ ਕਿ ਮੈਂ ਇਹ ਦੂਜਾ ਰਾਸਤਾ ਕਿਸੇ ਹੋਰ ਦਿਨ ਆ ਕੇ ਤੈਅ ਕਰ ਲਾਂਗਾ ਪਰ ਹੁਣ ਨਾਲ ਹੀ ਉਹਨੂੰ ਇੱਕ ਡਰ ਵੀ ਹੈ ਇੱਕ ਡਾਊਟ ਵੀ ਹੈ ਕਿ ਕੀ ਇਸ ਵਿੱਚੋਂ ਹੋਰ ਰਸਤੇ ਅੱਗੋਂ ਕੋਈ ਨਿਕਲਦੇ ਗਏ ਤੇ ਮੈਂ ਇਹਨਾਂ ਰਸਤਿਆਂ ਦੇ ਵਿੱਚ ਹੀ ਫਸ ਗਿਆ ਤੇ ਉਲਝ ਕੇ ਰਹਿ ਗਿਆ ਤਾਂ ਕੀ ਮੈਂ ਕਦੀ ਵਾਪਸ ਵੀ ਆ ਪਾਵਾਂਗਾ ਤੇ ਜਿਹੜੀ ਮੈਂ ਦੂਸਰੀ ਰੋਡ ਨਹੀਂ ਚੁਣੀ ਆਪਣੇ ਸਫ਼ਰ ਲਈ ਕੀ ਮੈਂ ਇਸ ਦੂਸਰੀ ਰੋਡ ਦੇ ਸਫ਼ਰ ਤੇ ਕਦੀ ਦੁਬਾਰਾ ਕਿ ਕਿਸਮਤ ਕਦੀ ਮੈਨੂੰ ਇਹ ਦੂਸਰਾ ਮੌਕਾ ਦੇਵੇਗੀ I shall be telling this with a sigh ਕਿ ਮੈਂ ਇਹ ਗੱਲ ਦੱਸ ਰਿਹਾ ਹੋਵਾਂਗਾ ਇੱਕ ਡੂੰਘੇ ਸਾਹ ਦੇ ਨਾਲ ਇੱਕ ਸਿਸਕੀ ਭਰੇ ਸਾਹ ਦੇ ਨਾਲ somewhere ages and ages hence ਕਿ ਹੁਣ ਤੋਂ ਕਈ ਜ਼ਮਾਨੇ ਬਾਅਦ ਕਈ ਸਮੇਂ ਬਾਅਦ ਕਿ ਮੈਂ ਕਿਸੇ ਜਗ੍ਹਾ ਤੇ ਕਿਸੇ ਨੂੰ ਦੱਸ ਰਿਹਾ ਹੋਵਾਂਗਾ ਭਾਵ ਮੈਂ ਆਪਣੇ ਬੱਚਿਆਂ ਨੂੰ ਆਪਣੇ ਗ੍ਰੈਂਡ ਚਿਲਡਰਨ ਨੂੰ ਮੈਂ ਇਹ ਕਹਾਣੀ ਸੁਣਾਵਾਂਗਾ ਕਿ two roads diverged in a wood ਕਿ ਇੱਕ ਜੰਗਲ ਦੇ ਵਿੱਚ ਇੱਕ ਸੜਕ ਦੋ ਰਸਤਿਆਂ ਵਿੱਚ ਵੰਡੀ ਗਈ ਸੀ and I took the one less traveled by ਅਤੇ ਮੈਂ ਉਹ ਰੋਡ ਚੁਣੀ ਜਿਹੜੀ ਕਿ ਘੱਟ ਟਰੈਵਲ ਕੀਤੀ ਗਈ ਜਿੱਥੇ ਕਿ ਲੋਕੀ ਘੱਟ ਗਏ ਸਨ ਮੈਂ ਉਹ ਵਾਲਾ ਰਸਤਾ ਅਖਤਿਆਰ ਕੀਤਾ and that has made all the difference ਅਤੇ ਇਸੇ ਹੀ ਡਿਸੀਜਨ ਨੇ ਸਾਰਾ ਫਰਕ ਪੈਦਾ ਕੀਤਾ ਮੇਰੀ ਜ਼ਿੰਦਗੀ ਵਿੱਚ ਭਾਵ ਮੇਰੀ ਜ਼ਿੰਦਗੀ ਜੋ ਹੁਣ ਜਿਸ ਤਰ੍ਹਾਂ ਦੀ ਹੈ ਉਹ ਮੇਰੇ ਲਏ ਹੋਏ ਫੈਸਲੇ ਦਾ ਹੀ ਨਤੀਜਾ ਹੈ ਭਾਵ ਜਿੱਦਾਂ ਲੋਕੀ ਡਿਫੈਂਸ ਮੈਕੈਨਿਜ਼ਮ ਵਰਤਦੇ ਨੇ ਕਿ ਮੈਂ ਜੋ ਕੀਤਾ ਠੀਕ ਕੀਤਾ ਤੇ ਮੈਂ ਉਹੋ ਜਿਹਾ ਰਸਤਾ ਚੁਣਿਆ ਜਿੱਥੇ ਕਿ ਲੋਕੀ ਘੱਟ ਟਰੈਵਲ ਕਰਦੇ ਨੇ ਭਾਵ ਮੈਂ ਬਹਾਦਰੀ ਵਾਲਾ ਕੰਮ ਕੀਤਾ ਠੀਕ ਮੈਂ ਆਪਣੇ ਆਪ ਨੂੰ ਜਸਟੀਫਾਈ ਕਰਦਾ ਹੋਵਾਂਗਾ ਆਪਣੇ ਬੱਚਿਆਂ ਨਾਲ ਜਾਂ ਦੂਜੇ ਲੋਕਾਂ ਦੇ ਨਾਲ ਕਿ ਮੈਂ ਸਾਰਿਆਂ ਤੋਂ ਅਲੱਗ ਚੁਣਿਆ ਆਪਣੇ ਆਪ ਨੂੰ ਡਿਫੈਂਸ ਕਰਦਾ ਹੋਵਾਂਗਾ ਤੇ ਮੈਂ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਇੰਪ੍ਰੈਸ ਕਰਦਾ ਹੋਵਾਂਗਾ ਕਿ ਮੇਰੀ ਜ਼ਿੰਦਗੀ ਵਿੱਚ ਐਸੇ ਹੀ ਵਜ੍ਹਾ ਦੇ ਨਾਲ ਫਰਕ ਆਇਆ ਕਿ ਮੈਂ ਇੱਕ ਅਲੱਗ ਡਿਸੀਜਨ ਲਿਆ ਸੀ ਮੈਂ ਲੋਕਾਂ ਤੋਂ ਅਲੱਗ ਚੱਲਿਆ ਸੀ ਤਾਂ ਐਸੇ